ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਜਿੱਥੇ ਇੱਕ ਪਾਸੇ ਭਾਰਤੀ ਕਿਸਾਨ ਜਿਹੜੇ ਹੈਗੇ ਆ, ਭਾਰਤ ਦੇ ਪੂਰੇ ਦੇਸ਼ ਦੇ ਕਿਸਾਨ ਇਕਜੁੱਟ ਹੋ ਕੇ ਖੇਤੀ ਕਾਨੂੰਨ ਰੱਦ ਕਰਨ ਵਾਸਤੇ ਧਰਨੇ ਲਗਾਏ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ। ਉੱਥੇ ਹੀ ਕਿਸਾਨ ਆਗੂਆਂ ਦਾ ਐਲਾਨ ਸੀਗਾ ਕਿ 15 ਤਰੀਕ ਨੂੰ ਜਿਹੜੇ ਪੈਟਰੋਲ ਡੀਜ਼ਲ ਦੇ ਰਸੋਈ ਗੈਸ ਦੇ ਵਧੇ ਰੇਟ ਹੈ ਉਹਨਾਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਟ੍ਰੇਡ ਯੂਨੀਅਨਾਂ ਜਿਹੜੀਆਂ ਪ੍ਰੋਟੈਸਟ ਕਰਨਗੀਆਂ। ਇਹ ਤਸਵੀਰ ਤੁਹਾਨੂੰ ਦਿਖਾ ਰਹੇ ਸੀ ਇਸ ਵਕਤ। ਇਹ ਤਸਵੀਰ ਹੈਗੀ ਆ ਬਠਿੰਡਾ ਦੀ, ਜਿੱਥੇ ਬੱਸ ਸਟੈਂਡ ਦੀ ਬੈਕ ਸਾਈਡ ਬੱਸ ਸਟੈਂਡ ਦੀ ਵਰਕਸ਼ਾਪ ਯਾਨੀ ਪੈਪਸੂ ਰੋਡਵੇਜ਼ ਟਰਾਂਸਪੋਰਟ ਜਿਹੜੀ ਬਠਿੰਡਾ ਦੀ ਕਾਰਪੋਰੇਸ਼ਨ ਦੀ ਹੈਗੀ ਆ, ਉਹਦੇ ਬ੍ਰਾਂਚ ਦੇ ਬਾਹਰ ਜਿਹੜਾ ਪ੍ਰੋਟੈਸਟ ਹੋ ਰਿਹਾ, ਕਿਉਂਕਿ ਇਹ ਪ੍ਰੋਟੈਸਟ ਜਿਹੜਾ देश की सरकार के खिलाफ है। सरकार हजे भी खेती कानून रद्द नहीं कर रही, इस करके मजबूरन पूरे देश के अज ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ, ਇਹਦੇ ਤਹਿਤ ਬਠਿੰਡਾ ਵਿੱਚ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸੈਂਕੜੇ ਜਿਹੜੇ ਕਿਸਾਨ ਹੈਗੇ ਆ ਉਹ ਵੀ ਲਗਾਤਾਰ ਧਰਨੇ ਤੇ ਡਟੇ ਹੋਏ। ਦੂਜੇ ਪਾਸੇ ਅੱਜ ਕਿਸਾਨਾਂ ਦਾ ਜਥੇਬੰਦੀਆਂ ਦਾ ਐਲਾਨ ਸੀਗਾ ਕਿ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ 15 ਤਰੀਕ ਨੂੰ ਪੈਟਰੋਲ ਡੀਜ਼ਲ ਦੇ ਵਧੇ ਰੇਟ ਤੇ ਹੋਰ तमाम ਚੀਜ਼ਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਪ੍ਰੋਟੈਸਟ ਕੀਤਾ ਜਾਊਗਾ। ਉਹਦੇ ਤਹਿਤ ਬਠਿੰਡਾ ਦੇ ਵਿੱਚ ਵੀ ਜਿਹੜਾ ਅੱਜ ਪ੍ਰੋਟੈਸਟ ਜਾਰੀ ਹੈਗਾ। ਤਸਵੀਰਾਂ ਇਸ ਵਕਤ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਬਠਿੰਡਾ ਦੇ PRTC वर्कशॉप के बाहर की तस्वीर है, जिथे वड्डी संख्या च अज कारपोरेट घरानों के खिलाफ देश की सरकार के खिलाफ जिहड़ा ये प्रदर्शन चलता पाया। इस वक्त तुहानूं तस्वीर असीं दिखा रहे हैं बठिंडा की, जिथे कि ਵੱਡੇ ਲੈਵਲ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਅੱਜ ਸੰਘਰਸ਼ ਹੋ ਰਿਹਾ। ਉੱਥੇ ਬਠਿੰਡਾ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਪ੍ਰਾਈਵੇਟਾਈਜੇਸ਼ਨ ਜਿਹੜਾ ਨਿੱਜੀਕਰਨ ਕੀਤਾ ਜਾ ਰਿਹਾ ਉਹਦੇ ਖਿਲਾਫ ਇਹ ਵੱਡਾ ਰੋਸ ਹੈਗਾ ਤੇ ਸਰਕਾਰ ਤੋਂ ਮੰਗ ਹੋ ਰਹੀ ਹੈ ਕਿ ਜਿਹੜੇ ਇਹ ਕਾਲੇ ਕਾਨੂੰਨ ਆ ਇਹ ਵਾਪਸ ਹੋਣੇ ਚਾਹੀਦੇ ਆ। ਇਸ ਨਾਲ ਆਪਾਂ ਤੁਹਾਨੂੰ ਤਸਵੀਰਾਂ ਇਸ ਵਕਤ ਦਿਖਾ ਰਹੇ ਹਾਂ ਕਿ ਵੱਡੇ ਲੈਵਲ ਦੇ ਉੱਤੇ ਅੱਜ ਪੂਰੇ ਦੇਸ਼ ਦੇ ਵਿੱਚ ਇਕਜੁੱਟ ਹੋ ਕੇ ਕਾਰਪੋਰੇਟ ਘਰਾਣੇ ਤੇ ਜਿਹੜੇ ਕੱਚੇ ਕਰਮਚਾਰੀ ਹੈਗੇ ਆ ਉਹਨਾਂ ਨੂੰ ਪੱਕੇ ਕਰਨ ਦੀ ਮੰਗਾਂ ਲੈ ਕੇ ਅੱਜ ਪੂਰੇ ਦੇਸ਼ ਦੇ ਵਿੱਚ ਵੱਡਾ ਸੰਘਰਸ਼ ਜਿਹੜਾ ਵਿੱਢਿਆ ਗਿਆ ਸੀ। ਤਾਂ ਉਹਦੇ ਤਹਿਤ ਬਠਿੰਡਾ ਵਿੱਚ ਵੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਵਕਤ ਕਿਸਾਨ ਜਥੇਬੰਦੀਆਂ ਦਾ ਐਲਾਨ ਸੀਗਾ ਕਿ 15 ਤਰੀਕ ਨੂੰ ਪੂਰੇ ਦੇਸ਼ ਦੇ ਵਿੱਚ ਜਿਹੜਾ ਵੱਡਾ ਕੱਟ ਕੀਤਾ ਜਾਊਗਾ। ਰੇਲਵੇ ਸਟੇਸ਼ਨਾਂ ਦੇ ਉੱਤੇ ਪ੍ਰੋਟੈਸਟ ਹੋਣਗੇ ਕਿਉਂਕਿ ਪੈਟਰੋਲ ਡੀਜ਼ਲ ਦੇ ਰੇਟ ਜਿਹੜੇ ਆ ਉਹ ਲਗਾਤਾਰ ਵੱਧ ਰਿਹਾ ਤੇ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਸਰਕਾਰ ਹੈਗੀ ਹੈ ਕਿਸਾਨਾਂ ਦੇ ਖਿਲਾਫ ਜਿਹੜੇ ਕਾਨੂੰਨ ਬਣੇ ਆ ਇਹ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ। ਇਸੇ ਕਰਕੇ ਅੱਜ ਬਠਿੰਡਾ ਵਿੱਚ ਵੀ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ। PRTC ਵਰਕਸ਼ਾਪ ਦੇ ਤੁਹਾਨੂੰ ਬਾਹਰ ਦੀ ਤਸਵੀਰ ਅਸੀਂ ਦਿਖਾ ਰਹੇ ਹਾਂ। ਟ੍ਰੇਡ ਯੂਨੀਅਨਾਂ ਇਹਦੇ 'ਚ ਇਕੱਠੀਆਂ ਹੋਈਆਂ ਕਿਉਂਕਿ ਸਰਕਾਰ ਦੇ ਖਿਲਾਫ ਇਹ ਵੱਡਾ ਰੋਸ ਪ੍ਰਦਰਸ਼ਨ ਹੈਗਾ। ਇਸ ਕਰਕੇ ਇਕਜੁੱਟਤਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਬਣਦੀ ਜਾ ਰਹੀ ਹੈ। ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਸਮਰਥਨ ਮਿਲ ਰਿਹਾ ਹਰ ਵਰਗ ਦਾ ਮਿਲ ਰਿਹਾ। ਤਾਂ ਸਾਡੇ ਨਾਲ PRTC ਦੇ ਜਿਹੜੇ ਆਗੂ ਨੇ ਉਹਨਾਂ ਨਾਲ ਗੱਲ ਕਰਦੇ ਆ ਜੀ। ਕੀ ਸ਼ੁਭ ਨਾਮ ਤੁਹਾਡਾ ਜੀ? ਮੇਰਾ ਨਾਮ ਪ੍ਰੀਤਮ ਸਿੰਘ ਹੈ ਜੀ। ਪ੍ਰੀਤਮ ਸਿੰਘ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿਸਾਨ ਜਥੇਬੰਦੀਆਂ ਦਾ ਐਲਾਨ ਸੀਗਾ ਕਿ ਅੱਜ ਪੂਰੇ ਦੇਸ਼ ਪ੍ਰੋਟੈਸਟ ਕੀਤਾ ਜਾਣਾ, ਬਠਿੰਡਾ 'ਚ ਕੀ ਰਣਨੀਤੀ? ਕਿਸਾਨ ਜਥੇਬੰਦੀਆਂ ਤੋਂ ਆਇਆ ਜੀ ਜਿਹੜੀਆਂ 10 ਸੈਂਟਰਲ ਟ੍ਰੇਡ ਯੂਨੀਅਨ ਉਹਨਾਂ ਦਾ ਵੀ ਅੱਜ ਦਾ ਇਹ ਸਕੂਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਅਸੀਂ ਕਿਉਂਕਿ ਮੁਲਾਜ਼ਮ ਤੇ ਮਜ਼ਦੂਰ ਬੈਠੇ ਹਾਂ ਸਾਰੇ ਇੱਥੇ PRTC ਵਰਕਰ ਯੂਨੀਅਨ ਏਟਕ C2 ਔਰ ਭਾਈਚਾਰਾ ਮੰਚ ਔਰ D ਕਲਾਸ 4 ਯੂਨੀਅਨ ਵੱਲੋਂ ਜਿਹੜਾ ਇਹ ਧਰਨਾ ਦਿੱਤਾ ਜਾ ਰਿਹਾ ਆ। ਮਾਮਲਾ ਇਹ ਹੈ ਵੀ ਸਰਕਾਰ ਨੇ ਲਗਭਗ 40 ਕਾਨੂੰਨ ਜਿਹੜੇ ਆ ਉਹ ਬਦਲ ਕੇ ਜਿਹੜੇ ਨਵੇਂ 4 ਕੋਡ ਬਿੱਲ ਲੈ ਕੇ ਆਉਂਦੇ ਨੇ। ਅਸੀਂ ਸਮਝਦੇ ਹਾਂ ਵੀ ਉਹਦੇ ਨਾਲ ਜਿਹੜੀ ਦੇਸ਼ ਵਿੱਚ ਪਹਿਲਾਂ ਬੇਰੁਜ਼ਗਾਰੀ ਤਨਖਾਹਾਂ ਤੇ ਜਿਹੜਾ ਕਰਬ ਲੱਗਿਆ ਪਿਆ ਇਹਦੇ ਨਾਲ ਜਿਹੜਾ ਆ ਹੋਰ ਸੰਕਟ ਪੈਦਾ ਹੋਏਗਾ ਕਿਉਂਕਿ ਕੰਟਰੈਕਟਰ ਜਿਹੜਾ ਆ ਭਰਤੀ ਕੰਟਰੈਕਟਰ ਰਾਹੀਂ ਆਊਟਸੋਰਸਿੰਗ ਰਾਹੀਂ ਜਿਹੜੀ ਭਰਤੀ ਉਹਨੂੰ ਬਲ ਦਿੱਤਾ ਗਿਆ ਆ। ਪੁਰਾਣੇ ਕਾਨੂੰਨ ਜਿਹੜਾ 1947 ਦਾ ਇੰਡਸਟਰੀਅਲ ਡਿਸਪਿਊਟ ਐਕਟ ਸੀ ਉਹਨੂੰ ਤਬਦੀਲ ਕਰਕੇ ਜਿਹੜਾ ਨਵਾਂ ਇੰਡਸਟਰੀਅਲ ਰਿਲੇਸ਼ਨ ਐਕਟ 2020 ਲੈ ਕੇ ਆਉਂਦਾ ਹੈ ਉਹਦੇ ਤਹਿਤ ਜਿਹੜਾ ਮਜ਼ਦੂਰ ਦਾ ਹੜਤਾਲ ਕਰਨ ਦਾ ਰਾਈਟ ਹੈ ਉਹਨੂੰ ਇੰਨਾ ਕੰਪਲੀਕੇਟਡ ਤੇ ਰਿਸਟ੍ਰਿਕਟਡ ਕਰ ਦਿੱਤਾ ਗਿਆ ਆ ਕਿ ਤੁਸੀਂ ਹੜਤਾਲ ਨਹੀਂ ਜਿਹੜੀ ਉਹ ਕਰ ਸਕਦੇ। ਸੋ ਇਹਦੇ ਨਾਲ ਜਿਹੜਾ ਆ ਸਾਡੀ ਪੁਰਾਣੀ ਪੈਨਸ਼ਨ ਸਕੀਮ ਹੈ ਜਿਹੜੀ ਉਹਨੂੰ ਬੰਦ ਕੀਤਾ ਗਿਆ ਆ। DC ਰੇਟ ਤੱਕ ਨਹੀਂ ਜਿਹੜੇ ਮੁਲਾਜ਼ਮਾਂ ਨੂੰ ਦਿੱਤੇ ਜਾਂਦੇ ਜੀ। ਇਹ ਜਿਹੜਾ ਆ ਤਨਖਾਹਾਂ ਉੱਤੇ ਕਰਬ ਲੱਗੀ ਵੀ ਹੈ। ਇਹ ਸਾਰੇ ਤਮਾਮ ਜਿਹੜੇ ਸਵਾਲ ਨੇ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਔਰ ਕਿਸਾਨਾਂ ਦੇ ਮਾਮਲਾ ਜਿਹੜਾ ਦੇਸ਼ ਦੇ ਵਿੱਚ ਜਿਹੜਾ ਵਾਤਾਵਰਨ ਬਣਿਆ ਪਿਆ ਆ ਇਹ ਸਰਕਾਰ ਜਿਸ ਕਿਸਮ ਦਾ ਰਵੱਈਆ ਅਖਤਿਆਰ ਕੀਤਾ ਸਰਕਾਰ ਨੇ ਖਾਸ ਕਰਕੇ ਉਹਦੇ ਖਿਲਾਫ ਹੈ। ਸਮੱਸਿਆਵਾਂ ਤਾਂ ਹਰ ਦੌਰ ਵਿੱਚ ਰਹੀਆਂ ਨੇ ਲੇਕਿਨ ਉਹਨਾਂ ਦਾ ਸਰਕਾਰ ਦਾ ਜਿਹੜਾ ਐਟੀਟਿਊਡ ਉਹਨਾਂ ਮੰਗਾਂ ਪਈਏ ਹਰ ਘੋਲ ਨੂੰ ਦਬਾਉਣਾ, ਕਦੇ ਕਿਸੇ ਨੂੰ ਅਰਬਨ ਨਕਸਲ ਕਹਿ ਕੇ ਕਰ ਦੇਣਾ, ਕਿਸੇ ਨੂੰ ਖਾਲਿਸਤਾਨੀ ਕਹਿ ਕੇ ਕਰ ਦੇਣਾ, ਕਿਸੇ ਨੂੰ ਜਿਹੜਾ ਦੇਸ਼ ਧਰੋਹੀ ਕਹਿ ਕੇ ਹਰ ਆਵਾਜ਼ ਨੂੰ ਜਿਹੜਾ ਆ ਦਬਾਉਣ ਦੀ ਜਿਹੜੀ ਕੋਈ ਨੀਤੀ ਹੈ ਇਹ ਜਿਹੜੀ ਅਸੀਂ ਸਮਝਦੇ ਹਾਂ ਇਹ ਸਾਡੀਆਂ ਦੇਸ਼ ਦੇ ਟ੍ਰੈਡੀਸ਼ਨ ਦੇ ਖਿਲਾਫ ਹੈ। ਇਹ ਅਨਡੈਮੋਕ੍ਰੇਟਿਕ ਹੈ। ਇਹ ਸੈਕੂਲਰਿਜ਼ਮ ਜਿਹੜਾ ਆ ਸਾਡੇ ਕਨਸਟੀਟਿਊਸ਼ਨ ਦਾ ਹਿੱਸਾ ਉਹਦੇ ਖਿਲਾਫ ਹੈ। ਈਵਨ ਅੱਜ ਮੈਂ ਜੁਡੀਸ਼ਰੀ 'ਚ ਕੰਮ ਵੀ ਕਰਦਾ। ਅਸੀਂ ਵੇਖਦੇ ਹਾਂ ਵੀ ਜੁਡੀਸ਼ਰੀ ਵੀ ਜਿਹੜੀ ਅੱਜ ਗੋਡਿਆਂ ਪਰਨੀ ਹੋ ਗਈ ਹੈ। ਸਰਕਾਰ ਦੀ ਬਹੁਤ ਵੱਡੀ
ਦਖਲਅੰਦਾਜ਼ੀ ਹੈ। ਜੱਜਾਂ ਦੀ ਭਰਤੀ ਕਰਨ ਦਾ ਮਾਮਲਾ ਹੋਵੇ, ਕਾਲਜੀਅਮ ਖਤਮ ਕਰ ਦਿੱਤਾ ਗਿਆ। ਅੱਜ ਜੱਜ ਜਿਹੜੇ ਆ ਉਹਨਾਂ ਨੇ ਪਹਿਲੀ ਵਾਰੀ ਦੇਸ਼ ਵਿੱਚ ਹੋਇਆ ਹੈ ਕਿ 4 ਸੁਪਰੀਮ ਕੋਰਟ ਦੇ ਜੱਜਾਂ ਨੂੰ ਜਿਹੜਾ ਆ ਲਾ ਕੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਆ ਉਹਨਾਂ ਨੂੰ ਦੱਸਣਾ ਪਿਆ ਕਿ ਜਿਹੜੀ ਆ ਜੁਡੀਸ਼ਰੀ ਬਹੁਤ ਵੱਡੇ ਦਬਾਅ ਹੇਠ ਕੰਮ ਕਰ। ਲੱਗਦਾ ਕਿ ਬੰਗਾਲ ਦੇ ਵਿੱਚ ਹੁਣ ਜਿਹੜੇ ਕਿਸਾਨ ਆਗੂ ਗਏ ਹੋਏ ਆ, ਕਿਉਂਕਿ 5 ਸਟੇਟਾਂ ਚੁਣਾਵ ਹੋਣੇ ਆ, ਪਰ ਸਰਕਾਰ ਹਜੇ ਵੀ ਨਹੀਂ ਹਲਕੇ ਲੈ ਰਹੀ। ਬਰੂਹਾਂ ਤੇ ਬੜੇ ਕਿਸਾਨ ਡਟੇ ਹੋਏ, ਬੜੀਆਂ ਸ਼ਹੀਦੀਆਂ ਵੀ ਹੋ ਰਹੀਆਂ। ਤੁਹਾਨੂੰ ਲੱਗਦਾ ਕਿ ਜੇਕਰ ਬੰਗਾਲ ਦੀ ਜਨਤਾ ਜਿਵੇਂ ਸਪੋਰਟ ਕਰ ਰਹੀ ਹੈ, ਜੇਕਰ ਬੀਜੇਪੀ ਨੂੰ ਉੱਥੇ ਸ਼ਿਕਸਤ ਮਿਲਦੀ ਹੈ ਤਾਂ ਵੱਡੀ ਜਿੱਤ ਹੋ ਸਕਦੀ ਹੈ? ਦੇਖੋ ਜੀ, ਇਹ ਗੱਲ ਦਰੁਸਤ ਹੈ ਜੇ ਸ਼ਿਕਸਤ ਮਿਲਦੀ ਹੈ, ਕਿਉਂਕਿ ਦੇਖੋ ਪੂਰੀ ਦੀ ਪੂਰੀ ਕੈਬਨਿਟ ਕੀ ਪ੍ਰਧਾਨ ਮੰਤਰੀ ਜਿਹਦੇ ਨਾਲ ਇੰਨਾ ਵੱਡਾ ਨਾਮ ਲਸ਼ਕਰ ਹੁੰਦਾ ਹੈ, ਔਰ ਉਹਦੀ ਹਰ ਰੈਲੀ ਜਿਹੜੀ ਹੈ 1 ਘੰਟੇ ਵਿੱਚ ਇਸ ਦੇਸ਼ ਨੂੰ 2-3 ਕਰੋੜ ਰੁਪਏ ਦਾ ਜਿਹੜਾ ਖਰਚਾ ਬੀਅਰ ਕਰਨਾ ਪੈਂਦਾ ਹੈ। ਪ੍ਰਧਾਨ ਮੰਤਰੀ ਕਈ ਫੇਰੀਆਂ ਲਾ ਰਿਹਾ ਆ, ਪੂਰੀ ਦੀ ਪੂਰੀ ਉਹਦਾ ਜਿਹੜਾ ਆਪਣੇ ਮੰਤਰੀ ਨੇ ਜਿਹੜੇ ਗ੍ਰਹਿ ਮੰਤਰੀ ਆ ਹੋਰ ਉੱਥੇ ਬੈਠੇ ਆ। ਇਹ ਜਿਹੜਾ ਇੰਨੀ ਵੱਡੀ ਮਤਲਬ ਕੀਤੇ ਦੇਸ਼ ਵਿੱਚ ਚੋਣਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਲੇਕਿਨ ਇਸ ਕਿਸਮ ਦਾ ਲੋਕਾਂ ਉੱਤੇ ਦਬਾਅ ਪਾਉਣਾ, ਪਹਿਲਾਂ ਉੱਤੇ ਤਣਾਅ ਪੈਦਾ ਕਰਨਾ ਦੇਸ਼ ਦੇ ਵਿੱਚ, ਔਰ ਵੰਡ ਕਰਨੀ ਜਾ ਕੇ, ਔਰ ਚੁਣੀ ਵੀ ਸਰਕਾਰ ਨੂੰ ਇਹਨਾਂ ਇਗਨੋਰ ਕਰਨਾ, ਔਰ ਉਹਦੇ ਖਿਲਾਫ ਜਿਹੜੀ ਚੱਕਰ ਉਛਾਲੀ ਕਰਨੀ, ਇਹ ਜਿਹੜਾ ਤੌਰ ਤਰੀਕਾ ਹੈ ਇਹ ਬੜਾ ਮਤਲਬ ਮਾੜਾ ਤੌਰ ਤਰੀਕਾ ਆ। ਕਿਸਾਨ ਜਥੇਬੰਦੀਆਂ ਇਹੀ ਗੱਲਾਂ ਲੈ ਕੇ ਉੱਥੇ ਗਈਆਂ ਵੀਆਂ ਨੇ ਕਿ ਸਰਕਾਰ ਇਹਨਾਂ ਦੇ ਨਾਅਰਿਆਂ ਹੇਠ ਨਹੀਂ ਆਉਣਾ। ਇਹ ਭੁਲਾਵੇਂ ਮੋਦੀ ਸਾਹਿਬ ਬੜੀ ਲੱਛੇਦਾਰ ਗੱਲ ਕਰਦੇ ਆ, ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ। ਇਹ ਜਿਹੜੀ ਬੜਾ ਖਤਰਨਾਕ ਤੌਰ ਤਰੀਕਾ ਆ। ਤੁਸੀਂ ਸਾਰੇ ਦੇਸ਼ ਦੀ ਇਨਕਮ ਜਿਹੜੀ ਹੈ ਥੱਲੇ ਆ ਗਈ, ਲੋਕੀ ਭੁੱਖਮਰੀ ਦਾ ਸ਼ਿਕਾਰ ਨੇ, ਬੇਰੁਜ਼ਗਾਰੀ ਦਾ ਕੋਈ ਹੱਲ ਨਹੀਂ ਇਹਨਾਂ ਦੇ ਕੋਲੇ। ਲੇਕਿਨ ਜਿਹੜੇ ਦੇਸ਼ ਦੀ ਸਰਮਾਏਦਾਰ ਵੱਡੀ ਜਮਾਤ ਹੈ ਉਹਨਾਂ ਦੇ ਅਸਾਸੇ ਜਿਹੜੇ ਆ ਉਹ ਟੈਸਲਾ ਨੂੰ ਅੱਜ ਕੱਲ੍ਹ ਉਹ ਮੁਕਾਬਲਾ ਦੇ ਰਹੇ ਨੇ। ਲੱਗਦਾ ਕਿ 2022 ਦੀ ਹੁਣ ਚੋਣ ਆ ਰਹੀ ਹੈ ਪੰਜਾਬ ਦੇ ਵਿੱਚ, ਬੀਜੇਪੀ ਨੂੰ ਬੜੇ ਵੱਡੇ ਲੈਵਲ ਦੇ ਉੱਤੇ ਨੁਕਸਾਨ ਹੋਇਆ, ਐਮਸੀ ਇਲੈਕਸ਼ਨ ਦੇ ਵਿੱਚ ਵੱਡਾ ਨੁਕਸਾਨ ਹੋਇਆ, ਤਾਂ ਤੁਹਾਨੂੰ ਲੱਗਦਾ ਬੀਜੇਪੀ ਤਾਂ ਬਿਲਕੁਲ ਸੁਪਨਾ ਸਾਹਿਬ ਹੈ ਪੰਜਾਬ ਦੇ ਦੂਜੀ ਸਟੇਟਾਂ ਵੀ ਜੀ? ਇਹ ਸਾਰੀ ਮੈਂ ਸਮਝਦਾ ਜੀ ਬੀਜੇਪੀ ਜਿਹੜੀਆਂ ਨੇ ਵੋਟਾਂ ਤਾਂ ਪਿਛਲੀ ਵਾਰੀ ਵੀ ਨੇ ਉਹਨਾਂ ਨੂੰ ਯੂਪੀ ਦੇ ਵਿੱਚ ਪਈਆਂ, ਲੇਕਿਨ ਜਿਹੜਾ ਈਵੀਐਮ ਜਿਹੜੀ ਹੈ ਔਰ ਚੋਣ ਕਮਿਸ਼ਨ ਜਿਸ ਤਰ੍ਹਾਂ ਜਿਵੇਂ ਸਰੈਂਡਰ ਕੀਤਾ ਗਿਆ ਇਹਨਾਂ ਦੇ ਸਾਹਮਣੇ, ਈਵੀਐਮ ਦੇ ਰਾਹੀਂ ਇਹ ਸਰਕਾਰ ਬਣਦੀ ਹੈ, ਔਰ ਇਹਨਾਂ ਉੱਤੇ ਦੋਸ਼ ਹੈ ਕਿ ਇਹ ਈਵੀਐਮ ਦੀ ਬਦੌਲਤ ਸਦਾ ਬਣਾਉਂਦੇ ਨੇ। ਔਰ ਮੈਨੂੰ ਹੁਣ ਵੀ ਸ਼ੱਕ ਹੈ ਕਿ 2024 ਦੇ ਵਿੱਚ ਵੀ ਇਹ ਸਰਕਾਰ ਬਣਾਉਣਗੇ ਸਿਰਫ ਈਵੀਐਮ ਦੇ। ਹਾਂ, ਜੇ ਈਵੀਐਮ ਨਾ ਹੋਵੇ ਔਰ ਜਿਹੜੀ ਆ ਵੋਟ ਜਿਹੜੀ ਆ ਸਾਡੀ ਜਿਹੜੀ ਬੈਲਟ ਰਾਹੀਂ ਕਾਸਟ ਹੋਵੇ ਤਾਂ ਫਿਰ ਵੀ ਜਿਹੜੀ ਬੀਜੇਪੀ ਜਿਵੇਂ ਪੰਜਾਬ 'ਚ ਸੁੰਗੜਾ ਸਾਫ਼ ਹੋਇਆ, ਪੂਰੇ ਦੇਸ਼ ਵਿੱਚ ਸੁੰਗੜਾ ਸਾਫ਼ ਹੋ ਸਕਦਾ। ਕੀ ਕਹਿਣਾ ਚਾਹੋਗੇ ਜੀ ਗੰਡਾ ਸਿੰਘ ਜੀ? ਲਗਾਤਾਰ ਪ੍ਰੋਟੈਸਟ ਹੋ ਰਿਹਾ ਤੇ ਅੱਜ ਵੀ ਇੱਥੇ ਵੱਡਾ ਇਕੱਠ ਕੀਤਾ ਗਿਆ। ਜੋ ਅੱਜ ਪੰਜਾਬ ਸਰਕਾਰ ਔਰ ਹਿੰਦੁਸਤਾਨ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਕਿਸਾਨਾਂ ਪ੍ਰਤੀ ਵਤੀਰਾ ਹੈ, ਉਸ ਵਤੀਰੇ ਦੇ ਸੰਬੰਧ ਦੇ ਵਿੱਚ ਹਿੰਦੁਸਤਾਨ ਦੀਆਂ ਮੁਲਾਜ਼ਮ ਜਥੇਬੰਦੀਆਂ 10 ਦੇ ਸੱਦੇ ਦੇ ਉੱਤੇ ਪੀਆਰਟੀਸੀ ਬਿੰਡਾ ਡਿਪੂ ਦੀ ਵਰਕਸ਼ਾਪ ਦੇ ਗੇਟ ਉੱਪਰ ਕਿਸਾਨ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਇਹ ਧਰਨਾ ਦਿੱਤਾ ਗਿਆ ਹੈ। ਕਿਉਂਕਿ ਜਿਹੜੀਆਂ ਸਰਕਾਰਾਂ ਨੇ, ਪੰਜਾਬ ਸਰਕਾਰ ਹੈ ਚਾਹੇ ਸੈਂਟਰ ਸਰਕਾਰ ਹੈ, ਇਹ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ, ਪੈਨਸ਼ਨਾਂ ਦੇਣ ਤੋਂ ਗੁਰੇਜ਼ ਕਰਦੀ ਹੈ। ਜੇਕਰ ਸਰਕਾਰ ਮੁਲਾਜ਼ਮ ਕੰਮ ਕਰਦੇ ਤਾਂ ਸਰਕਾਰ ਤਨਖਾਹ ਲੈਂਦੇ ਹੈ, ਪਰ ਮੁਲਾਜ਼ਮਾਂ ਨੂੰ ਬਦਨਾਮ ਕਰਕੇ ਮੁਲਾਜ਼ਮਾਂ ਦੇ ਉੱਤੇ ਪੁੱਠੇ ਸਿੱਧੇ ਕਾਇਦੇ ਕਾਨੂੰਨ ਬਣਾ ਕੇ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ। ਉਸ ਹਰਾਸਮੈਂਟ ਨੂੰ ਨਾ ਜਰਦੇ ਹੋਏ ਅਸੀਂ ਅੱਜ ਸਮੂਹ ਜਥੇਬੰਦੀਆਂ ਇੰਟਕ, ਏਟਕ, ਸੀਟੂ ਦੇ ਸਾਂਝੇ ਤੌਰ ਦੇ ਉੱਤੇ ਇਹ ਗੇਟ ਤੇ ਧਰਨਾ ਦੇ ਰਹੇ ਹਾਂ ਤਾਂ ਕਿ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਨੂੰ ਪਤਾ ਲੱਗੇ ਕਿ ਮੁਲਾਜ਼ਮ ਆਪਣੇ ਉੱਪਰ ਕੀਤੇ ਗਏ ਗੈਰ ਕਾਲੇ ਕਾਨੂੰਨ ਅਡਾਪਟ ਕਰਨ ਨੂੰ ਤਿਆਰ ਨਹੀਂ ਹਨ। ਔਰ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਕਾਲੇ ਕਾਨੂੰਨ ਮੁਲਾਜ਼ਮਾਂ ਦੇ ਉੱਤੇ ਜਾਂ ਕਿਸਾਨਾਂ ਦੇ ਉੱਤੇ ਬਣਾਏ ਗਏ ਨੇ, ਇਹਨਾਂ ਨੂੰ ਕੈਂਸਲ ਕਰਕੇ ਮੁਲਾਜ਼ਮਾਂ ਦਾ ਤੇ ਕਿਸਾਨਾਂ ਦਾ ਪੱਖ ਪੂਰਿਆ ਜਾਵੇ। ਬਿਲਕੁਲ ਜੀ, ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਫਿਰ। ਇਹ ਵੱਡਾ ਇਕੱਠ ਸੀਗਾ, ਸਾਡੇ ਪੀਆਰਟੀਸੀ ਵਰਕਰ ਯੂਨੀਅਨ ਦੇ ਆਗੂ, ਤਾਂ ਇਹ ਵੱਡਾ ਇਕੱਠ ਇੱਥੇ ਕੀਤਾ ਗਿਆ ਸੀ ਕਿਉਂਕਿ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਹੈਗਾ, ਤਾਂ ਇਸ ਕਰਕੇ ਅੱਜ ਪੂਰੇ ਦੇਸ਼ ਦੇ ਵਿੱਚ ਹੀ ਪ੍ਰੋਟੈਸਟ ਕੀਤਾ ਜਾ ਰਿਹਾ। ਟ੍ਰੇਡ ਯੂਨੀਅਨਾਂ ਜਿਹੜੀਆਂ ਨਾਲ ਹੈਗੀਆਂ ਕਿਸਾਨਾਂ ਦੇ, ਤਾਂ ਇਸ ਕਰਕੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਜਦ ਤੱਕ ਇਹ ਖੇਤੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤੇ ਇਸ ਤੋਂ ਇਲਾਵਾ ਜਦੋਂ ਨਿੱਜੀਕਰਨ ਦੀ ਨੀਤੀ ਜਿਹੜੀ ਹੈ ਇਹ ਸਰਕਾਰ ਖਤਮ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੂਗਾ ਤੇ ਕਿਸਾਨਾਂ ਦੇ ਨਾਲ ਇਕਜੁੱਟਤਾ ਹਰ ਕਿਸੇ ਦੀ ਬਣਦੀ ਜਾ ਰਹੀ ਹੈ। ਤਾਂ ਇਸ ਕਰਕੇ ਅੱਜ ਪੂਰੇ ਦੇਸ਼ ਦੇ ਜਿੱਥੇ ਪ੍ਰਦਰਸ਼ਨ ਸੀਗਾ ਉੱਥੇ ਬਠਿੰਡਾ ਵਿੱਚ ਵੀ ਜਿਹੜਾ ਪ੍ਰਦਰਸ਼ਨ ਹੈ ਉਹ ਸਫਲ ਰਿਹਾ। ਇਸ ਕਰਕੇ ਆਉਣ ਵਾਲਾ ਸਮਾਂ ਕੇਂਦਰ ਦੀ ਸਰਕਾਰ ਵਾਸਤੇ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਭਰਿਆ ਹੋਣ ਵਾਲਾ ਹੈ। ਕੈਮਰਾਮੈਨ ਸ਼ਮਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।